जी जैसा शो ऑफ करदा मैं एक सैल आ गया जिनी वोल्टेज E1 आ और इस सैल दे नाल ਅਸੀਂ ਕਹਿੰਦੇ जी एक रजिस्टर R1 अटैच कीती एक मेरे को SHR रजिस्टर सेकंड एक होर आ गई इनु कहंदे जी मेरे को R2 रजिस्टर आ इथे एक सैल होर अटैच कर दिंदे और ਉਹਦੇ ਨਾਲ ਇੱਕ ਰजिस्टर ਹੋਰ ਅਟੈਚ ਕਰ ਦੋ ਇਹ ਮੇਰੇ ਕੋਲ ਮੰਨ ਲਓ R3 ਆ ਗਈ ਇਸ ਸੈੱਲ ਦੀ ਵੋਲਟੇਜ E2 ਆ ਗਈ ਹਜੇ ਇਹਨਾਂ ਸੈੱਲ ਦੀ ਇੰਟਰਨਲ ਰजिस्टर ਆਪਾਂ ਵਿੱਚ ਨਹੀਂ ਗਿਣੀ ਲਗਾਣੀ ਹੋਵੇ ਉਹ ਵੀ ਲਗਾ ਸਕਦੇ ਇਹ ਤੋਂ ਆਪਾਂ ਸ਼ੋਅ ਕਰਦੇ ਕਿ ਵੀ ਇਸ ਸੈੱਲ ਨੇ I1 ਕਰੰਟ ਸੈਂਡ ਕਰਨਾ ਸਰਕਟ ਦੇ ਅੰਦਰ ਇਸ ਸੈੱਲ ਨੇ I2 ਕਰੰਟ ਸੈਂਡ ਕੀਤਾ ਸਰਕਟ ਦੇ ਅੰਦਰ ਤੇ ਜੇ ਇਹਨਾਂ ਪੁਆਇੰਟਸ ਨੂੰ ਨਾਮ ਦੇ ਕੇ ਚੱਲੀਏ ਜੇ ਇਹਨਾਂ ਪੁਆਇੰਟਸ ਨੂੰ ਨਾਮ ਦੇ ਕੇ ਚੱਲੀਏ ਤੇ ਐਸਐਚ ਇਸ B ਪੁਆਇੰਟ ਨੂੰ ਅਸੀਂ ਕਹਿੰਦੇ B ਪੁਆਇੰਟ ਮੇਰਾ ਜੰਕਸ਼ਨ ਹੋਏਗਾ ਇਸ ਜੰਕਸ਼ਨ ਤੇ ਇੱਕ ਕਰੰਟ I1 ਐਂਟਰ ਕਰਦਾ ਪਿਆ ਇਧਰੋਂ ਦੀ ਕਰੰਟ I2 ਐਂਟਰ ਕਰ ਰਿਹਾ यानी B पॉइंट ਤੇ ਦੋ ਕਰੰਟ ਐਂਟਰ ਕਰਦੇ ਪਏ ਇੱਕ ਸਾਈਡ ਤੋਂ I2 ਇੱਕ ਸਾਈਡ ਤੋਂ I1 ਤੇ ਮਿਕਸ ਹੋ ਕੇ ਇਸ ਪਾਸੇ ਨੂੰ ਜਿਹੜਾ ਕਰੰਟ ਜਾਏਗਾ ਉਹ ਅਸੀਂ ਲਿਖ ਸਕਦੇ I1 I2 ਲਾਈਨ ਸਮਝੋ ਧਿਆਨ ਨਾਲ ਕਿਰਚੌਫ ਦਾ ਫਰਸਟ ਲਾਅ ਇਸ ਟਾਈਪ ਦੇ ਜੰਕਸ਼ਨ ਤੇ ਲੱਗੇਗਾ ਜੰਕਸ਼ਨ ਉਸ ਪੁਆਇੰਟ ਨੂੰ ਕਹਾਂਗੇ ਜਿੱਥੇ ਕੁਝ ਸਾਈਡਸ ਤੋਂ ਕਰੰਟ ਆ ਰਿਹਾ ਔਰ ਕੁਝ ਕਹਿੰਦਾ ਜੀ ਐਸ ਸੱਚ ਸਾਈਡਸ ਨੂੰ ਕਰੰਟ ਜਾਂਦਾ ਪਿਆ ਠੀਕ ਹੈ ਜਿੱਦਾਂ ਹੁਣ ਇਸੇ ਤਰ੍ਹਾਂ ਇਥੋਂ ਕਰੰਟ ਜਦੋਂ ਪਾਸ ਹੋ ਕੇ I1 I2 ਚੱਲੇਗਾ ਤੇ ਆ ਪੁਆਇੰਟ ਤੇ ਆ ਕੇ ਇਹਦੇ ਵਿੱਚੋਂ I1 ਕਰੰਟ ਅਪ ਸਾਈਡ ਔਰ I2 ਕਰੰਟ ਡਾਊਨ ਸਾਈਡ ਮੇਰੇ ਕੋਲ ਮੁੜ ਜਾਣਾ ठीक है ਜਦੋਂ ਇਸ ਪੁਆਇੰਟ ਤੇ ਜਾਂ ਇਸ ਪੁਆਇੰਟ ਤੇ ਅਸੀਂ ਕਿਰਚੌਫ ਦਾ ਫਰਸਟ ਲਾਅ ਲਾਈਏ ਤੇ ਉਹਦਾ ਮਤਲਬ ਇਹ ਹੋਏਗਾ ਜੇ ਇਸ ਸਾਈਡ ਤੋਂ 2 ਐਂਪੀਅਰ ਇਸ ਸਾਈਡ ਤੋਂ 3 ਐਂਪੀਅਰ ਕਰੰਟ ਇਸ B ਪੁਆਇੰਟ ਤੇ ਆਇਆ ਤੇ ਮੈਂ ਟੋਟਲ B ਪੁਆਇੰਟ ਤੇ 5 ਐਂਪੀਅਰ ਕਰੰਟ ਆ ਰਿਹਾ ਤਾਂ ਅਸੀਂ ਕਹਿੰਦੇ ਜੇ 5 ਐਂਪੀਅਰ ਕਰੰਟ ਇਸ ਪੁਆਇੰਟ ਨੂੰ ਐਂਟਰ ਕਰੇਗਾ ਤੇ 5 ਦਾ 5 ਐਂਪੀਅਰ 1 ਸੈਕਿੰਡ ਦੇ ਅੰਦਰ ਉਸ ਕਰੰਟ ਨੂੰ ਲੀਵ ਵੀ ਕਰੇਗਾ ਉਸ ਜੰਕਸ਼ਨ ਨੂੰ ਲੀਵ ਵੀ ਕਰੇਗਾ यानी टोटल करंट एंटरिंग द जंक्शन एंड टोटल करंट लीविंग द जंक्शन वो हमेशा आपस में इक्वल है मतलब ये होया जिन्ना चार्ज दोना बैटरी तो जिन्ना चार्ज दोना बैटरी दे पॉजिटिव टर्मिनल तो B ते पहुंचया B ने उस टाइम दे अंदर अंदर वही सारा चार्ज अगे नु सेंड भी करता मतलब ये B वाले पॉइंट दे उत्ते B वाले जंक्शन ते कोई भी चार्ज एकमुलेट नहीं करेगा इकट्ठा होके रुकेगा नहीं उत्ते जिन्ना चार्ज एंटर करना उन्ने चार्ज लीव करना इत्थे जे करंट I1 I2 पहुंचया सी ਉਹਦੇ ਵਿੱਚੋਂ I1 ਅਪ ਤੇ I2 ਡਾਊਨ ਮੁੜ ਜਾਣਾ ਇੱਥੇ ਕੋਈ ਵੀ ਕਰੰਟ ਜਾਂ ਚਾਰਜ ਐਕਮੂਲੇਟ ਨਹੀਂ ਹੋਏਗਾ ਇਕੱਠਾ ਨਹੀਂ ਹੋਏਗਾ ਇਸ ਚੀਜ਼ ਨੂੰ ਮੈਥਮੈਟਿਕਲੀ ਅਸੀਂ ਆ ਕਹਿ ਦਿੰਦੇ ਸਮੇਸ਼ਨ I = 0 ਸਮੇਸ਼ਨ I = 0 ਦਾ ਮਤਲਬ ਇਹ ਹੋਏਗਾ ਜਿੰਨਾ ਵੀ ਕਰੰਟ ਐਂਟਰ ਔਰ ਐਗਜ਼ਿਟ ਕਰਦਾ ਕਿਸੇ ਪੁਆਇੰਟ ਨੂੰ जे किरचॉफ दा फर्स्ट लॉ क्लियर है जी ते बोलो जे ए च कोई डाउट है तो एक बारी जरूर सर बोलो जी बोलो सर जो ਆਪਾਂ ਮਤਲਬ ਇਹ ਜਿਹੜਾ ਕੁਐਸਚਨ ਹੈਗਾ ਵਾ ਜੇ ਨਾਲੇ ਦੇ ਡਾਇਗਰਾਮ ਡਿਸਕ੍ਰਾਈਬ ਕਰਨੀ ਪੈਣੀ ਆਪਾਂ ਨੂੰ ਉੱਥੇ हां कोई भी बना के कोई भी सिंपल सर्किट बना के ਤੁਸੀਂ ਦੱਸ ਸਕਦੇ ਜਿੱਦਾਂ ਮਰਜ਼ੀ ਸਹੀ ਹੈ ਸਰਕਟ ਦੇ ਨਾਲ ਹੀ ਹੈ ਬੇਟਾ ਉਹਦੀ ठीक है सर और किसी का कोई डाउट है तो एक बारी बोलो जे किरचॉफ फर्स्ट लॉ क्लियर है तो मैं दसो फिर सेकंड लॉ पे आवा क्लियर है सर चल किरचॉफ सेकंड लॉ दी गल करन लगे हां सेकंड लॉ इंपॉर्टेंट भी होएगा ते बार-बार यूज च भी आना ठीक है किरचॉफ सेकंड लॉ सी कहते हैं लॉ ऑफ वोल्टेज या नु नाम दे देने लॉ ऑफ लूप या नु नाम दे देने लॉ ऑफ कंजर्वेशन ऑफ एनर्जी ठीक है इना तिन्ना विचों कोई भी नाम होवे ठीक है जी दैट्स कॉल्ड द जी किरचॉफ सेकंड लॉ हुन पुੱਤ इस लॉ ਦੇ ਅਕੋਰਡਿੰਗਲੀ ਹੈ ਕੀ ਹੈ ਅਸੀਂ ਕਹਿੰਦੇ ਕੋਈ ਵੀ ਇੱਕ ক্লোਜ਼ ਲੂਪ ਲਵਾਂਗੇ ক্লোਜ਼ ਲੂਪ ਦਾ ਮਤਲਬ ਹੈ ਇੱਕ ਕੰਪਲੀਟ ক্লোਜ਼ ਸਰਕਟ ਲਵਾਂਗਾ ਉਸ ক্লোਜ਼ ਸਰਕਟ ਦੇ ਅੰਦਰ ਜਿੰਨੀਆਂ ਵੀ ਬੈਟਰੀ ਲੱਗੀਆਂ ਹੋਈਆਂ ਉਹਨਾਂ ਸਾਰੀਆਂ ਬੈਟਰੀਜ਼ ਦੀ ਟੋਟਲ ਵੋਲਟੇਜ ਦੀ ਸਮ ਕੱਢ ਲਓ ਤੇ ਦੂਜੇ ਪਾਸੇ ਉਹਨਾਂ ਬੈਟਰੀ ਕਰਕੇ ਜਿਹੜਾ ਸਰਕਟ 'ਚ ਕਰੰਟ ਫਲੋ ਕਰੇਗਾ ਉਸ ਲੂਪ ਦੇ ਅੰਦਰ ਜਿੰਨੀਆਂ ਵੀ ਰੈਜ਼ਿਸਟਰ ਆਣਗੀਆਂ ਉਹਨਾਂ ਸਾਰੀਆਂ ਰੈਜ਼ਿਸਟਰ ਦੇ ਅੰਦਰ ਵੋਲਟੇਜ ਦੀ ਵੈਲਿਊ ਕੱਢ ਦਿਓ ਤੇ ਅਸੀਂ ਕਹਿੰਦੇ ਜੀ ਜਿੰਨੀ ਬੈਟਰੀ ਨੇ ਟੋਟਲ એનર્ਜੀ ਲੂਪ 'ਚ ਸਪਲਾਈ ਕਰਨੀ ਜਿੰਨੀ ਬੈਟਰੀ ਨੇ ਟੋਟਲ એનર્ਜੀ ਲੂਪ 'ਚ ਸਪਲਾਈ ਕਰਨੀ ਤੇ ਜਿੰਨੀ એનર્ਜੀ ਮੇਰੇ ਕੋਲ ਐਸ ਸੱਚ ਡਿਫਰੈਂਟ ਰੈਜ਼ਿਸਟਰ ਦੇ ਅਕ੍ਰੋਸ ਪ੍ਰੋਡਿਊਸ ਹੋਣੀ ਉਹ ਹਮੇਸ਼ਾ ਆਪਸ ਇਕੁਅਲ
मैं अपनी गल नूं समझावां थोड़ा जिहा एस एच एग्जांपल ना समझियो। आपां एक लूप का नाम लिखन लगे, ठीक है जी। लूप का नाम क्लोज लूप होएगा, जिदा ए तो शुरू करके पूरे सर्किट दे विच जिहड़ा भी लूप बनाओगे, कितने लूप बन सकदे? एक लूप बन सकदा ए बी एफ जी E1 A, ठीक है, यानी एक आ रेक्टेंगल दे अंदर मेरा लूप बनदा। एक कितों बना सकदे बी एफ डी सी बी, मैं भावें इहनूं बी सी डी एफ बी कहां, जिधरों मर्जी उस लूप च तुसीं मूव कर सकदे। ਅਸੀਂ ਜਿਹੜੇ ਪਲੱਸ ਮਾਈਨਸ ਦੇ ਕੁਝ ਸਾਈਨ ਲੈਣੇ ਉਸ ਲੂਪ ਦੇ ਵਿੱਚ ਮੂਵ ਕਿੱਦਾਂ ਕਰਦੇ ਉਹਦੇ ਅਕੋਰਡਿੰਗਲੀ ਲਾਵਾਂਗੇ। ਤੀਜਾ ਲੂਪ ਬਣਾ ਸਕਦੇ ਸੀ ਆਪਾਂ A B C D F G E1 A, ठीक है। E1 ਵਿੱਚ ਬੋਲੋ ਜਾਂ ਨਾ ਬੋਲੋ, ਪੁਆਇੰਟਸ ਐਂਡ ਵਾਲੇ ਬੋਲੀ ਚਲੋ ਤਾਂ ਵੀ ਉਹੀ ਗੱਲ ਹੋਏਗੀ, ठीक है। A G F D C B A, ਜਿਹੜੇ ਮਰਜੀ ਵੇ ਨਾ, ਜ਼ਰੂਰੀ ਨਹੀਂ A ਤੋਂ ਸ਼ੁਰੂ ਕਰਨਾ, G ਤੋਂ ਸ਼ੁਰੂ ਕਰਕੇ ਲੂਪ G ਤੱਕ ਲੈ ਜਾਓ। ਕਿਸੇ ਵੀ ਮੂਵਮੈਂਟ ਤੇ ਜਿਹੜਾ ਇੱਕ ਕਲੋਜ਼ ਲੂਪ ਹੋਏਗਾ है ना, ਉਹਨਾਂ ਵਿੱਚੋਂ ਆਪਾਂ ਇੱਕ ਲੂਪ ਬਣਾਉਣ ਲੱਗੇ A B C D F G E1 A। मैं मान लो आप पूरा बाहरों बाहर वाला बड़ा लूप ले लिया। इस लूप के अंदर जो आप कंडीशन लगानी है कि आप सेकंड लॉ के अकॉर्डिंगली, जिसका फर्स्ट लॉ क्या समेशन I इक्वल टू 0, सेकंड लॉ नु लिखण दा एक मेथड आ हुंदा समेशन E इक्वल टू समेशन IR। E इत्थे मेरे कोल EMF आ, EMF दा मतलब मैक्सिमम वोल्टेज सप्लाइड बाय द बैटरी। जिन्नियां भी तुहाडे लूप दे अंदर बैटरीज आणगियां, उन्हां सारियां बैटरी दी वोल्टेज दी सम टोटल कढांगे। ते दूजे पासे जिन्नियां भी तुहाडे लूप दे अंदर रजिस्टर आणगियां, उन्हां रजिस्टर च असीं IR दी वैल्यू यानी पोटेंशियल डिफरेंस दी वैल्यू कढांगे। सारियां पोटेंशियल डिफरेंस दी मिला के वैल्यू जिन्नी बनी ते सारियां बैटरी दी मिला के जिन्नी वोल्टेज तुहाडे लूप च आएगी, ये हमेशा आपस दे अंदर इक्वल, मतलब बैटरी सारियां ने मिला के जिन्नी सर्किट च टोटल कैमिकल एनर्जी अपनी यूज की ते जिन्नियां इन्हां रजिस्टर दे अंदर मेरे कोल किसी भी फॉर्म च एनर्जी बनी, ये एनर्जी वैल्यूज आपस में इक्वल है। नहीं पुत EMF हमेशा असी E ना या EMF का सिंबल जेड़ा वो एसएच एप्सिलॉन वाला भी कई जानी लिख देंगे, एप्सिलॉन पा दियो, ये परमिटिविटी नहीं होएगा जिदा पहले यूनिट जांदा। इनू असी EMF का सिंबल इस वे ना एप्सिलॉन टाइप E कर्वेचर च लिख दियो, अदरवाइज इनू सिंपल स्ट्रेट E लिख दियो, बोथ आर द सेम। मर्से क्लियर है? हाँ जी सर। ਹੁਣ ਇਹਦੇ ਅਕੋਰਡਿੰਗਲੀ ਆਪਾਂ ਜੋ ਕਹਿੰਦੇ ਪਏ, ਇੱਕ ਪਾਸੇ ਤੁਸੀਂ ਆਪਣੇ ਲੂਪ 'ਚ ਜਿੰਨੀਆਂ ਬੈਟਰੀਜ਼ ਆਈਆਂ ਉਹਦੀ ਟੋਟਲ ਵੋਲਟੇਜ ਕੱਢਣੀ ਹੈ ਤੇ ਵੋਲਟੇਜ ਕੱਢਣ ਲੱਗੇ ਇੱਕ ਗੱਲ ਧਿਆਨ ਰੱਖਣੀ ਆ, ਆਪਾਂ ਪਲੱਸ ਕਿਹੜੀ ਬੈਟਰੀ ਨੂੰ ਕਹਿਣਾ ਤੇ ਨੈਗੇਟਿਵ ਕਿਹਨੂੰ। ਉਹਦੇ ਲਈ ਰੂਲ ਇਹ ਹੁੰਦਾ, ਜਦੋਂ ਤੁਸੀਂ ਲੂਪ ਦਾ ਨਾਮ ਪੜਨਾ ਵਾ ਤੇ ਲੂਪ ਦੇ ਨਾਮ ਨੂੰ ਪੜ੍ਹਦੇ ਹੋਏ ਜੇ ਨੈਗੇਟਿਵ ਟਰਮੀਨਲ ਪਹਿਲੋਂ ਆਇਆ, ਨੈਗੇਟਿਵ ਲੋ ਪੋਟੈਂਸ਼ੀਅਲ ਹੁੰਦਾ, ਪੋਜ਼ਿਟਿਵ ਹਾਈ ਪੋਟੈਂਸ਼ੀਅਲ ਹੁੰਦਾ, ਜੇ ਲੋ ਪੋਟੈਂਸ਼ੀਅਲ ਵਾਲਾ ਟਰਮੀਨਲ ਪਹਿਲੋਂ ਤੇ ਹਾਈ ਪੋਟੈਂਸ਼ੀਅਲ ਵਾਲਾ ਟਰਮੀਨਲ ਬਾਅਦ ਚੋਂ ਆਇਆ ਤੇ ਅਸੀਂ ਕਹਿੰਦੇ ਕਿ ਅਸੀਂ ਲੋ ਪੋਟੈਂਸ਼ੀਅਲ ਤੋਂ ਹਾਈ ਪੋਟੈਂਸ਼ੀਅਲ ਵੱਲ ਜਾ ਰਹੇ ਹਾਂ, मतलब ਅਸੀਂ पोटेंशियल इंक्रीज वाली डायरेक्शन च जा रहे, फिर उस सैल दी वोल्टेज ਨੂੰ पॉजिटिव गिनांगे ਤੇ ਜੇ ਅਸੀਂ ਹਾਈ ਪੋਟੈਂਸ਼ੀਅਲ ਯਾਨੀ ਪੋਜ਼ਿਟਿਵ ਪਲੇਟ ਪਹਿਲੋਂ ਆਵੇ ਲੂਪ ਦਾ ਨਾਮ ਪੜਦੇ ਹੋਏ, 네ਗੇਟਿਵ ਪਲੇਟ ਬਾਅਦ ਚੋਂ ਆਵੇ, ਫਿਰ ਅਸੀਂ ਕਹਿੰਦੇ ਸੀ ਡਿਕਰੀਜ਼ਿੰਗ ਪੋਟੈਂਸ਼ੀਅਲ ਦੀ ਡਾਇਰੈਕਸ਼ਨ 'ਚ ਜਾ ਰਹੇ ਹਾਂ, ਫਿਰ ਅਸੀਂ ਉਸ EMF ਨੂੰ 네ਗੇਟਿਵ ਕਹਿੰਦੇ ਹਾਂ। ਕਿਦਾਂ ਇਹਨਾਂ ਲਾਈਨਾਂ ਦਾ ਮਤਲਬ ਕੱਢਾਂ, ਇਸ ਵੇ ਨਾਲ ਜਦੋਂ ਆਪਾਂ A B C ਇੱਥੇ ਤੱਕ ਚੱਲੇ ਕੋਈ ਬੈਟਰੀ ਨਹੀਂ ਆਈ, ਜਦੋਂ C ਤੋਂ D ਚੱਲੇ ਤੇ ਬੈਟਰੀ ਆ ਗਈ ਜਿਹਦੀ EMF E2 ਆ और ਇਹਦਾ ਪੋਜ਼ਿਟਿਵ ਟਰਮੀਨਲ ਪਹਿਲੋਂ ਆਇਆ, ਇਹਦਾ ਤੁਸੀਂ ਹਾਈ ਪੋਟੈਂਸ਼ੀਅਲ ਤੋਂ ਲੋ ਪੋਟੈਂਸ਼ੀਅਲ ਵੱਲ ਯਾਨੀ ਡਿਕਰੀਜ਼ਿੰਗ ਪੋਟੈਂਸ਼ੀਅਲ ਵੱਲ ਜਾ ਰਹੇ, ਤੇ ਜੇ ਡਿਕਰੀਜ਼ਿੰਗ ਪੋਟੈਂਸ਼ੀਅਲ ਵੱਲ ਜਾਵਾਂਗਾ ਤੇ EMF ਨੂੰ 네ਗੇਟਿਵ ਗਿਣਾਂਗੇ। ਇਸ ਲਈ ਇਸ ਲੂਪ ਦੇ ਅੰਦਰ ਸਮੇਸ਼ਨ E ਬਣਾਉਣ ਵਾਸਤੇ ਇੱਕ ਬੈਟਰੀ ਦੀ ਵੋਲਟੇਜ ਮੇਰੀ ਮਾਈਨਸ ਆ ਗਈ, ਉਸ ਤੋਂ ਬਾਅਦ ਆਪਾਂ C ਤੋਂ D, D ਤੋਂ F, F ਤੋਂ G यानी आ सारी आम चो निकलते गए, कोई बैटरी नहीं आई। जो चले G तो A वाल जो चले G तो A वाल उदो बैटरी आ गई मेरी E1 वाली और उदा नेगेटिव टर्मिनल पहलों आया, लो पोटेंशियल पहलों हाई पोटेंशियल बाद चो, मतलब सिर्फ इनक्रीजिंग पोटेंशियल दी डायरेक्शन च ते इनक्रीजिंग पोटेंशियल वेले E दा साइन प्लस आएगा, यानी एदी वैल्यू प्लस E1 आएगी इक्वल टू, यानी इस साइड ते समेशन E वाली वैल्यू बनाने वास्ते अपने पूरे लूप के अंदर दो बैटरीज आईयां सी, उन्हां चों किनू पॉजिटिव और किनू नेगेटिव, वो इस चीज पे डिपेंड करेगा कि तुसी लूप का नाम किदा पढ़िया, उहदे हिसाब नाल पॉजिटिव पहलो टर्मिनल आया कि नेगेटिव। जे मैं लूप का नाम इदां पढ़दा, मैं बदल के दसन लगिया A G F D
C B A ਆਪਾਂ ਇਧਰ ਨੂੰ ਚੱਲਦੇ ਤੇ ਜੇ ਮੈਂ A ਤੋਂ ਪਹਿਲਾਂ G ਵੱਲ ਜਾਂਦਾ ਤੇ ਮੇਰਾ ਪੋਜ਼ਿਟਿਵ ਟਰਮੀਨਲ ਇਹਦਾ ਪਹਿਲੋਂ ਆਣਾ ਸੀ, ਫਿਰ ਇਹ ਮੇਰੀ ਬੈਟਰੀ ਦੀ ਵੋਲਟੇਜ ਨੈਗੇਟਿਵ ਆਣੀ ਸੀ। ਇੱਥੋਂ ਚੱਲਦੇ ਹੋਏ ਜਦੋਂ ਆਪਾਂ D ਤੋਂ C ਵੱਲ ਆਣਾ ਸੀ, ਇਹਦਾ ਨੈਗੇਟਿਵ ਪਹਿਲੋਂ ਆਣਾ ਸੀ, ਇਸ ਲਈ ਇਹਦਾ ਪੋਟੈਂਸ਼ੀਅਲ ਮੇਰੇ ਕੋਲ ਜਿਹੜਾ ਉਹ ਪੋਜ਼ਿਟਿਵ ਜਾਣਾ ਸੀ। ਫਿਰ ਇਧਰੋਂ ਇਕੁਏਸ਼ਨ ਬਣਨੀ ਸੀ -E1 +E2, ठीक है, -E1 +E2। ਆਪਾਂ ਜਿੱਧਰੋਂ ਲੂਪ ਦਾ ਨਾਮ ਪੜਿਆ ਉਧਰੋਂ -E2 +E1 ਆ ਗਿਆ। ਸੋ ਲੂਪ ਦੇ ਨਾਮ ਨੂੰ ਤੁਸੀਂ ਕਿੱਦਾਂ ਪੜਿਆ ਉਹਦੇ ਅਕੋਰਡਿੰਗਲੀ EMF ਤੇ ਸਾਈਨ ਆਣੇ ਆ। ਉਸ ਤੋਂ ਬਾਅਦ ਹੁਣ ਅਗਲੀ ਗੱਲ ਕਰੀਏ, IR ਕਦੋਂ ਪਲੱਸ ਲੈਣਾ ਤੇ ਕਦੋਂ ਮਾਈਨਸ। ਆਪਾਂ ਜਦੋਂ A ਤੋਂ ਚੱਲੇ B ਵੱਲ, B ਤੋਂ ਚੱਲੇ C ਵੱਲ, ਠੀਕ ਹੈ ਜੀ, ਇੱਥੇ ਤੱਕ ਕੋਈ ਰੈਜ਼ਿਸਟਰ ਨਹੀਂ ਆਈ। ਜਦੋਂ ਆਪਾਂ C ਤੋਂ ਚੱਲੇ D ਵੱਲ ਨੂੰ, ਠੀਕ ਹੈ ਜੀ, ਤੇ ਕਰੰਟ ਚੱਲਦਾ ਪਿਆ, ਜੇ ਮੈਂ ਇੱਥੋਂ ਦੇਖਾਂ ਕਰੰਟ ਮੇਰਾ ਚੱਲਦਾ ਪਿਆ D ਤੋਂ C ਵੱਲ ਨੂੰ, ਔਰ ਆਪਾਂ ਲੂਪ ਦਾ ਨਾਮ ਪੜਦੇ ਪਏ C ਤੋਂ D ਵੱਲ ਨੂੰ, ਯਾਨੀ ਅਸੀਂ ਲੂਪ ਚ C ਤੋਂ D ਵੱਲ ਚੱਲ ਰਹੇ ਹਾਂ, ਜਦਕਿ ਕਰੰਟ D ਤੋਂ C ਵੱਲ ਆ ਰਿਹਾ। ਇਸ ਲਈ ਜਿਹੜਾ ਇੱਥੇ IR ਦੀ ਵੈਲਿਊ ਬਣਨੀ ਆ ਉਹ ਮੇਰੀ ਨੈਗੇਟਿਵ ਚ ਆਏਗੀ। ਜਿੱਧਰ ਨੂੰ ਅਸੀਂ ਚੱਲ ਰਹੇ ਲੂਪ ਚ ਤੇ ਜਿੱਧਰ ਨੂੰ ਕਰੰਟ ਚੱਲਦਾ ਪਿਆ, ਜੇ ਇਹ ਦੋ ਚੀਜ਼ਾਂ ਆਪੋਜ਼ਿਟ ਡਾਇਰੈਕਸ਼ਨ ਚ ਹੋਈਆਂ ਤੇ IR ਮਾਈਨਸ ਦਾ, ਜੇ ਜਿੱਧਰ ਨੂੰ ਅਸੀਂ ਮੂਵ ਕੀਤੇ ਜੇ ਕਰੰਟ ਵੀ ਉਸੇ ਪਾਸੇ ਨੂੰ ਚੱਲ ਰਿਹਾ ਫਿਰ IR ਪਲੱਸ ਦਾ। ਹੁਣ ਆਪਾਂ ਚੱਲਦੇ ਪਏ ਲੂਪ ਦੇ ਨਾਮ ਦੇ ਹਿਸਾਬ ਨਾਲ C ਤੋਂ D ਵੱਲ ਨੂੰ, C ਤੋਂ D ਵੱਲ ਨੂੰ, ਪਰ ਕਰੰਟ ਆ ਰਿਹਾ D ਤੋਂ C ਵੱਲ ਨੂੰ। ਇਸ ਲਈ ਇਸ ਰੈਜ਼ਿਸਟਰ 'ਚ ਜਿਹੜਾ IR ਬਣੂ, I ਹੈਗਾ I2, R ਹੈਗਾ R3, ਤੇ ਜਿਹੜਾ I2 R3 ਦੀ ਵੈਲਿਊ ਆਣੀ ਆ ਉਹ ਮੇਰੀ ਨੈਗੇਟਿਵ ਚ ਆਏਗੀ। मतलब जो मैं इत्थे लिखना चाह लिखूंगा -I2 R3। उस तो बाद ਆਪਾਂ D ਤੋਂ ਚੱਲੇ F ਵੱਲ, F ਤੋਂ ਚੱਲੇ G ਵੱਲ, D ਤੋਂ ਚੱਲੇ F, F ਤੋਂ ਚੱਲੇ G ਵੱਲ, ਇੱਥੇ ਕੋਈ IR ਨਹੀਂ ਬਣਿਆ। ਜਦੋਂ ਇਸ ਤੋਂ ਬਾਅਦ ਆਪਾਂ G ਤੋਂ E1 ਵੱਲ ਚੱਲੇ, G ਤੋਂ E1 ਵੱਲ ਚੱਲੇ ਤੇ ਕਰੰਟ ਵੀ ਆਪਣਾ ਇਸੇ ਪਾਸੇ ਨੂੰ ਤੁਰਿਆ ਆਂਦਾ ਪਿਆ I1, ਕਰੰਟ ਵੀ ਇਸੇ ਪਾਸੇ ਨੂੰ ਆ ਰਿਹਾ I1, ਤੇ ਇਹਦਾ ਮਤਲਬ ਇਸ ਆਪਾਂ ਵੀ ਲੂਪ ਦੇ ਵਿੱਚ G ਤੋਂ E1 ਵੱਲ ਚੱਲਦੇ ਪਏ, ਕਰੰਟ ਵੀ G ਤੋਂ E1 ਵੱਲ ਆ ਰਿਹਾ। ਇਸ ਲਈ ਇੱਥੇ ਜਿਹੜਾ IR ਬਣੂਗਾ ਉਹ ਮੇਰਾ ਪਲੱਸ ਆਊਗਾ, ਮੀਨ +I1 R1। ਆ ਮੇਰਾ ਕਿਰਚੌਫ ਦਾ ਸੈਕਿੰਡ ਲਾਅ ਲਿਖਣ ਦਾ ਮੈਥਡ ਹੋਏਗਾ। ਹੁਣ ਜੇ ਫਰਸਟ ਤੇ ਸੈਕਿੰਡ ਲਾਅ ਲਿਖਣ ਦੇ ਅੰਦਰ ਕਿਸੇ ਨੂੰ ਕੋਈ ਵਰਡ ਡਾਊਟਫੁਲ ਆ ਤੇ ਉਹ ਜ਼ਰੂਰ ਇੱਕ ਵਾਰੀ ਬੋਲੋ ਪਹਿਲਾਂ। हाँ जी, क्या इतना क्लियर है? वो न्याणे हो सर वो बोलूंगे सर ਜਦੋਂ ਹਾਈ ਟੂ ਲੋ ਜਾਣਾ ਹੈ ਉਹਦਾ 네ਗੇਟਿਵ ਲੈਣਾ ਹੈ। ਉਹਨੂੰ ਤੁਸੀਂ ਇਦਾਂ ਯਾਦ ਰੱਖੋਗੇ ਤਾਂ ਭੁਲੇਖਾ ਲੱਗੂ। ਉਹਦਾ ਸਿੱਧਾ ਇਹ ਯਾਦ ਰੱਖੋ ਕਿ ਵੀ ਤੁਸੀਂ ਡਿਕਰੀਜ਼ਿੰਗ ਪੋਟੈਂਸ਼ੀਅਲ ਚ ਚੱਲੇ ਕਿ ਇਨਕਰੀਜ਼ਿੰਗ। ਡਿਕਰੀਜ਼ਿੰਗ ਪੋਟੈਂਸ਼ੀਅਲ 네ਗੇਟਿਵ, ਇਨਕਰੀਜ਼ਿੰਗ ਮਤਲਬ ਮੈਂ ਜੇ ਹਾਈ ਪੋਟੈਂਸ਼ੀਅਲ ਤੋਂ ਲੋ ਵੱਲ ਚੱਲ ਰਿਹਾ, ਇਹ ਮਤਲਬ ਮੈਂ ਡਿਕਰੀਜ਼ਿੰਗ ਪੋਟੈਂਸ਼ੀਅਲ ਚ ਜਾ ਰਿਹਾ, ਤੇ ਡਿਕਰੀਜ਼ਿੰਗ ਪੋਟੈਂਸ਼ੀਅਲ ਡਿਕਰੀਜ਼ ਕਰ ਰਿਹਾ, ਇਸ ਲਈ ਉਹ 네ਗੇਟਿਵ ਆ। ਤੇ ਜਦੋਂ ਮੈਂ 네ਗੇਟਿਵ ਪਲੇਟ ਤੋਂ ਪੋਜ਼ਿਟਿਵ ਵੱਲ ਜਾਂਦਾ ਹੋਵਾਂਗਾ, ਇਹ ਮਤਲਬ ਮੈਂ ਲੋ ਪੋਟੈਂਸ਼ੀਅਲ ਤੋਂ ਹਾਈ ਪੋਟੈਂਸ਼ੀਅਲ ਵੱਲ ਜਾ ਰਿਹਾ, ਤੇ ਇਹਦਾ ਮਤਲਬ ਇਨਕਰੀਜ਼ਿੰਗ ਪੋਟੈਂਸ਼ੀਅਲ, ਤੇ ਇਨਕਰੀਜ਼ਿੰਗ ਟਰਮ ਪੋਜ਼ਿਟਿਵ ਹੁੰਦੀ। ਹੋਰ ਬੋਲੋ, ਜਿਹਨੂੰ ਇਸ ਇਕੁਏਸ਼ਨ ਨੂੰ ਲਿਖਣ ਜਾਂ ਸਮਝਣ ਚ ਡਾਊਟ ਆ ਉਹ ਜ਼ਰੂਰ ਬੋਲ ਦਿਓ, ਇਹਦੀ ਲੋੜ ਆਪਾਂ ਨੂੰ ਬਾਰ-ਬਾਰ ਪੈ। ਹਾਂਜੀ ਬੋਲੋ ਸਰ, ਦੁਬਾਰਾ ਸਮਝਾ ਦਿਓ ਥੋੜਾ ਜਿਹਾ। ਉਹ ਕਿਉਂ ਬੋਲੋ, ਕੀ ਨਹੀਂ ਸਮਝ ਲੱਗਿਆ? ਸਰ ਲਾਸਟ ਤੋਂ ਸਰ ਜਿੱਥੋਂ ਤੁਸੀਂ ਆ ਲਿਖਿਆ ਸੀ ABCD ਵਾਲੇ ਤੋਂ ਕਾਕਾ ਆਪਾਂ ਇਹ ਕਿਹਾ ਕਿ ਵੀ ਆਪਾਂ ਇੱਕ ਲੂਪ ਲੈਣਾ, ਠੀਕ ਹੈ ਜੀ। ਲੂਪ ਦਾ ਮਤਲਬ ਇੱਕ ਕਲੋਜ਼ ਸਰਕਟ ਬਣਾਉਣਾ ਵਾ। ਆਪਾਂ ਕਲੋਜ਼ ਸਰਕਟ ਬਣਾਇਆ ABCDEFGE1A। A ਤੋਂ ਚੱਲ ਕੇ ਮੈਂ ਪੂਰੇ ਸਰਕਟ ਚੋਂ ਘੁੰਮ ਕੇ ਵਾਪਸ A ਤੇ ਆ ਗਿਆ। ਹਾਂਜੀ। ਹੁਣ ਇਸ ਲੂਪ ਪੂਰੇ ਦੇ ਅੰਦਰ ਦੀ ਦੋ ਚੀਜ਼ਾਂ ਬਸ ਨੋਟ ਕਰਨੀਆਂ। ਉਸ ਪੂਰੇ ਲੂਪ ਚ ਲੱਭੋ ਬੈਟਰੀਆਂ ਕਿੰਨੀਆਂ ਆਈਆਂ। ਜਿਹੜਾ ਵੀ ਤੁਹਾਡਾ ਲੂਪ ਹੋਏਗਾ ਉਹ ਚ ਇੱਕ ਬੈਟਰੀ ਆ ਜਾਂ ਕੋਈ ਵੀ ਨਹੀਂ, ਜਾਂ ਮੇਰੇ ਕੋਲ 2 ਆ ਜਾਂ 4 ਬੈਟਰੀਆਂ। ਤੁਹਾਡੇ ਲੂਪ ਚ ਜਿੰਨੀਆਂ ਬੈਟਰੀਆਂ ਉਹਨਾਂ ਚੋਂ ਕਿਹਦੀ EMF ਨੂੰ ਮੈਂ ਪਲੱਸ ਲਵਾਂ ਤੇ ਕਿਹਦੀ EMF ਨੈਗੇਟਿਵ, ਉਹ ਇਸ ਚੀਜ਼ ਨਾਲ ਸਾਈਨ ਦਵਾਂਗੇ ਕਿ ਜਦੋਂ ਲੂਪ ਦਾ ਨਾਮ ਪੜਨਾ ਵਾ ਉਦੋਂ ਪਹਿਲਾਂ ਪੋਜ਼ਿਟਿਵ ਟਰਮੀਨਲ ਆ ਰਿਹਾ ਕਿ ਨੈਗੇਟਿਵ ਆ ਰਿਹਾ। ਜੇ ਮੇਰੇ ਕੋਲ ਐਸੇ ਚ ਆਪਾਂ ਲੂਪ ABC ਤੱਕ ਚੱਲੇ, ਇੱਥੇ ਤੱਕ ਤੇ ਕੋਈ ਬੈਟਰੀ ਆਈ ਨਹੀਂ। ਜਦੋਂ ਮੈਂ ਚੱਲਿਆ C ਤੋਂ D ਵੱਲ, ਬੈਟਰੀ E2 ਆਈ, ਔਰ E2 ਦਾ ਪੋਜ਼ਿਟਿਵ ਪੋਟੈਂਸ਼ੀਅਲ ਪਹਿਲੋਂ ਆਇਆ, ਬਾਅਦ ਚੋਂ ਨੈਗੇਟਿਵ ਪੋਟੈਂਸ਼ੀਅਲ ਆਇਆ, ਯਾਨੀ ਪੋਜ਼ਿਟਿਵ ਟਰਮੀਨਲ ਪਹਿਲੋਂ ਆਇਆ, ਨੈਗੇਟਿਵ ਬਾਅਦ ਚੋਂ ਆਇਆ। ਇਸ ਲਈ ਉਹ ਪੋਟੈਂਸ਼ੀਅਲ ਡਿਕਰੀਜ਼ ਹੋ ਰਿਹਾ, ਯਾਨੀ ਤੁਸੀਂ ਹਾਈ ਪੋਜ਼ਿਟਿਵ ਪੋਟੈਂਸ਼ੀਅਲ ਤੋਂ ਲੋ ਨੈਗੇਟਿਵ ਵੱਲ ਜਾਂਦੇ ਪਏ। ਇਹਦਾ ਮਤਲਬ ਹੋ ਗਿਆ ਇਹਦਾ ਪੋਟੈਂਸ਼ੀਅਲ ਤੁਸੀਂ ਹਾਈ ਪੋਟੈਂਸ਼ੀਅਲ ਤੋਂ ਲੋ ਵੱਲ ਗਏ, ਅਸੀਂ ਕਹਿੰਦੇ ਜੀ ਇਹ EMF ਨੈਗੇਟਿਵ ਆ।
इसलिए E2 का साइन माइनस चलाया। मुड़ के ਆਪਾਂ ਇਧਰੋਂ ਚੱਲਦੇ ਹੋਏ ਠੀਕ ਹੈ ਜੀ C D ਟੱਪ ਗਏ, D ਤੋਂ ਚੱਲ ਕੇ F, F ਤੋਂ ਚੱਲ ਕੇ G ਤੱਕ ਚਲੇ ਗਏ, ਕੋਈ ਬੈਟਰੀ ਨਹੀਂ ਆਈ। ਜਦੋਂ ਮੈਂ G ਤੋਂ E1 ਵੱਲ ਚੱਲਿਆ ਤੇ G ਤੋਂ E1 ਵੱਲ ਜਾਂਦੇ ਨੈਗੇਟਿਵ ਪਹਿਲੋਂ ਆਇਆ, ਇਹਦਾ ਮਤਲਬ ਲੋ ਪੋਟੈਂਸ਼ੀਅਲ ਪਲੇਟ ਤੋਂ ਤੁਸੀਂ ਹਾਈ ਪੋਟੈਂਸ਼ੀਅਲ ਪਲੇਟ ਵੱਲ ਗਏ ਹੋ, ਤੇ ਜੇ ਮੈਂ ਲੋ ਤੋਂ ਹਾਈ ਵੱਲ ਜਾਊਂਗਾ ਤਾਂ ਮੈਂ ਵੱਧ ਰਿਹਾ ਉੱਪਰ ਨੂੰ, ਇਸ ਲਈ ਮੇਰੀ EMF ਪਲੱਸ ਆ ਜਾਏਗੀ, ਇਸ ਲਈ E1 ਦਾ ਸਾਈਨ ਅਸੀਂ ਪਲੱਸ ਚਲਾਇਆ ਵਾ। ਇੰਨਾ ਕਲੀਅਰ ਆ? ਹਾਂਜੀ ਹੁਣ ਇਦਾਂ ਹੀ IR ਦੀ ਵੈਲਿਊ ਪਲੱਸ ਲੈਣੀ ਕਿ ਮਾਈਨਸ, ਉਹ ਇਸ ਹਿਸਾਬ ਨਾਲ ਦੇਖਾਂਗੇ ਕਿ ਜਿੱਧਰ ਨੂੰ ਆਪਾਂ ਚੱਲਦੇ ਪਏ ਲੂਪ ਦਾ ਨਾਮ ਪੜ੍ਹਦੇ ਹੋਏ, ਜਾਂ ਕਰੰਟ ਉਸੇ ਪਾਸੇ ਨੂੰ ਚੱਲ ਰਿਹਾ ਕਿ ਤੁਹਾਡੇ ਤੋਂ ਉਲਟ। ਠੀਕ ਹੈ, ਤੂੰ ਤੇ ਮੈਂ ਜਦੋਂ ਵੀ ਹੁਣੇ ਦੱਸਦੇ ਪਏ ਗਏ, ਜਦੋਂ ਵੀ ਹੁਣੇ ਕਹਿੰਦੇ ਪਏ ਲੋ ਟੂ ਹਾਈ ਜਾਂਦਾ ਕਰੰਟ, ਲੋ ਟੂ ਹਾਈ ਦਾ ਕੋਈ ਚੱਕਰ ਹੋਣਾ ਨਾ, ਇਹ ਚ ਅਸੀਂ ਕਰੰਟ ਦੀ ਡਾਇਰੈਕਸ਼ਨ ਦੇਖਣੀ ਆ। ਤੂੰ ਕਰੰਟ ਆ, ਓਕੇ ਸਰ। ਮੈਂ ਲੂਪ ਆ, ਠੀਕ ਹੈ ਜੀ। ਮੈਂ ਜਿੱਧਰ ਨੂੰ ਮੇਰੇ ਲੂਪ ਦਾ ਨਾਮ C ਤੋਂ D ਵੱਲ ਪੜਿਆ ਤੇ ਕਰੰਟ ਜਿਹੜਾ ਉਹ ਵੀ C ਤੋਂ D ਵੱਲ ਚੱਲਿਆ, ਤੁਸੀਂ ਕਹੋਗੇ ਜੀ ਫਿਰ ਕਰੰਟ ਵਾਲੀ ਸਾਈਡ ਪੋਜ਼ਿਟਿਵ ਆ। ਜੇ ਮੈਂ C ਤੋਂ D ਵੱਲ ਚੱਲ ਰਿਹਾ ਤੇ ਤੂੰ ਕਰੰਟ ਹੋ ਕੇ D ਤੋਂ C ਵੱਲ ਆਂਦਾ ਹੋਇਆ, ਤੂੰ ਮੇਰੇ ਤੋਂ ਪੁੱਠੇ ਰਸਤੇ ਤੇ ਆ ਰਿਹਾ, ਆਪੋਜ਼ਿਟ ਡਾਇਰੈਕਸ਼ਨ ਤੋਂ ਆ ਰਿਹਾ, ਤੇ ਫਿਰ ਉਹ ਟਰਮ ਮਾਈਨਸ ਆਏਗੀ। ਆਪਾਂ ਜਦੋਂ A ਤੋਂ B, B ਤੋਂ C ਵੱਲ ਚੱਲੇ, A ਤੋਂ B, B ਤੋਂ C ਚੱਲੇ, ਠੀਕ ਹੈ ਜੀ, ਇਹ ਚ ਕੋਈ ਰੈਜ਼ਿਸਟਰ ਨਹੀਂ ਲੱਗੀ ਹੋਈ, ਇਸ ਲਈ ਇੱਥੇ ਕਿਤੇ IR ਨਹੀਂ ਬਣਿਆ। ਜਦੋਂ ਆਪਾਂ C ਤੋਂ D ਵੱਲ ਚੱਲੇ ਤੇ ਆਪਾਂ ਚੱਲਦੇ ਪਏ C ਤੋਂ D ਵੱਲ, ਜਦ ਕਿ ਕਰੰਟ ਤੁਰਿਆ ਆ ਰਿਹਾ D ਤੋਂ C ਵੱਲ, ਠੀਕ ਹੈ ਜੀ। ਜਿਹੜਾ ਕਰੰਟ ਆ ਉਹ D ਤੋਂ C ਵੱਲ ਨੂੰ ਤੁਰਿਆ ਆਂਦਾ ਪਿਆ, ਇਸ ਲਈ ਕਰੰਟ ਦੀ ਡਾਇਰੈਕਸ਼ਨ ਤੁਹਾਡੇ ਲੂਪ ਦੇ ਨਾਮ ਪੜਨ ਦੀ ਡਾਇਰੈਕਸ਼ਨ ਤੋਂ ਪੁੱਠੀ ਆ। ਤੁਸੀਂ C ਤੋਂ D ਗਏ, ਕਰੰਟ D ਤੋਂ C ਆਇਆ, ਇਸ ਲਈ ਕਰੰਟ ਰਿਵਰਸ ਆਂਦਾ ਪਿਆ, ਇਸ ਲਈ IR ਮੇਰੇ ਕੋਲ ਨੈਗੇਟਿਵ ਆ ਗਿਆ। ਮੁੜ ਕੇ ਆਪਾਂ ਚੱਲੇ ਜੀ D ਤੋਂ F ਵੱਲ, D ਤੋਂ F, F ਤੋਂ G, ਫਿਰ ਕੋਈ IR ਨਹੀਂ ਬਣਿਆ ਕਿਉਂਕਿ ਉੱਥੇ ਕੋਈ ਰੈਜ਼ਿਸਟਰ ਨਹੀਂ ਲੱਗੀ। ਫਿਰ ਜਦੋਂ ਆਪਾਂ G ਤੋਂ ਚੱਲੇ E1 ਵੱਲ ਨੂੰ, ਤੇ G ਤੋਂ E1 ਵੱਲ ਕਰੰਟ ਵੀ ਚੱਲਦਾ ਪਿਆ ਤੇ ਆਪਾਂ ਵੀ ਲੂਪ ਦਾ ਨਾਮ G ਤੋਂ E1 ਵੱਲ ਪੜਿਆ, ਇਸ ਲਈ ਉੱਥੇ I1 into R1 ਮੇਰਾ ਪਲੱਸ ਆ ਗਿਆ। ਓਕੇ ਸਰ। क्या किरचॉफ फर्स्ट लॉ ਤੇ किरचॉफ सेकंड लॉ क्या ਸਾਰਿਆਂ ਨੂੰ ਸਮਝ ਲੱਗਿਆ? ਹਾਂਜੀ ਸਰ। ਇਹ ਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਇੱਕ ਵਾਰੀ ਬੋਲੋ, ਜੇ ਨਾ ਕਲੀਅਰ ਤਾਂ ਮੈਨੂੰ ਦੱਸੋਗੇ ਪਹਿਲਾਂ। ਕਲੀਅਰ ਹੈ ਸਰ। ਚਲ ਨੈਕਸਟ ਇਸ ਤੋਂ ਬਾਅਦ ਹੈਗਾ ਤੁਹਾਡੇ ਕੋਲ ਜਿਹੜਾ ਇਹਦੇ ਬੇਸ ਤੇ ਐਪਲੀਕੇਸ਼ਨਸ ਬਣਨੀਆਂ ਹੁਣ ਆਪਣੀਆਂ। ਐਪਲੀਕੇਸ਼ਨਸ ਦੇ ਵਿੱਚ ਤੁਹਾਡੇ ਕੋਲ ਐਸਐਚ ਆਣਾ ਕਿ ਅਸੀਂ ਕਿਰਚੌਫ ਲਾਅ ਕਿੱਥੇ ਕਿੱਥੇ ਅਪਲਾਈ ਕਰਦੇ ਹਾਂ ਬੇਟਾ, ਤੇ ਉਹਦੇ ਵਿੱਚ ਐਸਐਚ ਆਪਣਾ ਸਭ ਤੋਂ ਪਹਿਲਾ ਟੌਪਿਕ ਜਿਹੜਾ ਬਣਨਾ ਵਾ ਇੱਕ ਤੁਹਾਨੂੰ ਬੁੱਕ ਦੇ ਚ ਇਹਦੇ ਨਾਲ ਟੌਪਿਕ ਮਿਲ ਜਾਏਗਾ ਡਿਫਰੈਂਸ ਬਿਟਵੀਨ ਕਿਰਚੌਫ ਫਰਸਟ ਤੇ ਸੈਕੰਡ ਲਾਅ। ਉਹ ਆਹੀ ਸੀ ਜੋ ਆਪਾਂ ਕਰਦੇ ਜਿਹੜੇ ਨੂੰ ਕੋਈ ਪੜ੍ਹ ਲੈਣਾ ਸੀ। ਇਸ ਤੋਂ ਬਾਅਦ ਆਪਣਾ ਟੌਪਿਕ ਜਿਹੜਾ ਬਣਨਾ ਉਹ ਆਣਾ ਸੀ ਵੀਟਸਟੋਨ ਬ੍ਰਿਜ। ਵੀਟਸਟੋਨ ਬ੍ਰਿਜ, ਵੀਟਸਟੋਨ ਬ੍ਰਿਜ ਬੇਸਿਕਲੀ ਕਿਹਨੂੰ ਕਹਿੰਦੇ ਪਏ, ਤੁਹਾਡੇ ਕੋਲ 5 ਰੈਜ਼ਿਸਟਰ ਜਾਂ 5 ਕੈਪੈਸੀਟਰ ਦਾ ਇੱਕ ਸਪੈਸੀਫਿਕ ਕੰਬੀਨੇਸ਼ਨ ਹੋਏਗਾ। अपना 5 रजिस्टर की गल मेन करांगे, कैपेसिटर को छड़ लिया, सॉरी साडे कोल 5 यानी 5 रजिस्टर दित्तियां होईयां, और जे वो 5 रजिस्टर एक स्पेसिफिक कॉम्बिनेशन च जुड़ियां वा तो ਅਸੀਂ डिफाइन कर दिंदे कि भी ਇਹ ਐਸ ਸੱਚ ਆਪਣੇ ਆਪ ਚ ਇੱਕ ਵੀਟਸਟੋਨ ਬ੍ਰਿਜ ਦਾ ਅਰੇਂਜਮੈਂਟ ਬਣ ਸਕਦਾ। ਉਹਦੇ ਵਿੱਚ ਪ੍ਰੋਵਾਈਡਡ ਇੱਕ ਕੰਡੀਸ਼ਨ ਰਹੇਗੀ ਕਿ ਵੀ ਤੁਹਾਡੇ ਕੋਲ ਐਸ ਸੱਚ ਕਹਿੰਦਾ ਜੀ ਉਸ ਮੂਵਮੈਂਟ ਤੇ ਗੈਲਵੈਨੋਮੀਟਰ ਇੱਕ ਉਹਦੇ ਚ ਕੰਪੋਨੈਂਟ ਹੋਏਗਾ ਕਿ ਉਹਦੀ ਰਿਫਲੈਕਸ਼ਨ 0। ਇਹਨੂੰ ਸਮਝਾਉਣ ਦੀ ਕੰਡੀਸ਼ਨ ਦੱਸਦਾ ਸਮਝੇ ਧਿਆਨ ਨਾਲ। ਵੀਟਸਟੋਨ ਬ੍ਰਿਜ ਬੇਸਿਕਲੀ ਕਿਹਨੂੰ ਕਹਾਂਗੇ ਕਿ ਜੇ ਮੇਰੇ ਕੋਲ ਐਸ ਸੱਚ ਇੱਕ 5 ਰੈਜ਼ਿਸਟਰ ਦਾ ਕੰਬੀਨੇਸ਼ਨ ਹੈਗਾ, ਇਸ ਲਈ ਨਾ ਮੇਰੇ ਕੋਲ 5 ਰੈਜ਼ਿਸਟਰ ਆਪਾਂ ਅਟੈਚ ਕਰਨੀ ਆ। ਇੱਥੇ ਤੱਕ ਜਿਹੜੀਆਂ ਕਰ ਰਹੇ ਆ ਮੇਰੇ ਕੋਲ ਐਸ ਸੱਚ 4 ਰੈਜ਼ਿਸਟਰ ਅਟੈਚ ਕੀਤੀਆਂ, ਠੀਕ ਹੈ। ਤੇ ਇੱਕ ਇਹਨਾਂ ਦੋਨਾਂ ਪੁਆਇੰਟਸ ਦੇ ਵਿੱਚ ਗੱਬੇ ਆ ਜਿਹੜੇ ਮੇਰੇ ਦੋ ਪੁਆਇੰਟਸ ਆਨੇ, ਇਹਨੂੰ ਕੁਝ ਨਾਮ ਲੈ ਕੇ ਆਪਾਂ ਚੱਲਦੇ ਹਾਂ। मेरे को आ गया एस एच ए बी सी डी, ਜਿਹੜੇ 4 ਪੁਆਇੰਟਸ ਮੇਰੇ ਕੋਲ ਆ ਰਹੇ, 4 ਟਰਮੀਨਲ ਆ ਰਹੇ। ਇਹਦੇ ਵਿੱਚੋਂ B ਤੇ D ਟਰਮੀਨਲ ਦੇ ਅਕ੍ਰੋਸ ਇੱਕ ਇੱਥੇ ਅਸੀਂ ਗੈਲਵੈਨੋਮੀਟਰ ਲਾਵਾਂਗੇ ਜਿਹੜਾ ਸਰਕਟ ਦੇ ਅੰਦਰ ਕਰੰਟ ਦੀ ਡਿਫਲੈਕਸ਼ਨ ਦੇਗਾ। ਸਰਕਟ 'ਚ ਕਰੰਟ ਹੈ ਜਾਂ ਨਹੀਂ ਹੈ ਨਾ, ਉਹਨੂੰ ਮੇਜਰ ਕਰਨ ਲਈ, ਮਤਲਬ ਇਸ ਆਰਮ 'ਚ ਕਰੰਟ ਆ ਰਿਹਾ ਕਿ ਨਹੀਂ ਆ ਰਿਹਾ, ਇਹਨੂੰ ਮੇਜਰ ਕਰਨ ਲਈ ਅਸੀਂ ਇੱਕ ਗੈਲਵੈਨੋਮੀਟਰ ਲਗਾਉਂਦੇ ਪਏ, ਠੀਕ ਹੈ। ਔਰ ਇਹਦਾ ਦੂਸਰਾ ਐਂਡ ਜਿਹੜਾ ਉਹ ਇਸ D ਪੁਆਇੰਟ ਆ। ਤੇ ਜੇ ਮੈਂ ਇਸ ਮੂਵਮੈਂਟ ਤੇ ਧਿਆਨ ਦੇਵਾਂ ਤਾਂ ਮੈਨੂੰ ਇੱਕ ਚੀਜ਼ ਆ ਜਾਏਗੀ
कि आ गैल्वेनोमीटर ये अपने आप च एदी भी रेजिस्टेंस है, यानी एक रेजिस्टर का नाम P रख लिया, एक का नाम Q आ गया, एक का नाम R आ गया, एक का नाम S आ गया। ये 4 रेजिस्टर हो गया। इन्हां विचों P ते Q दो मेरियां फिक्स्ड वैल्यू रेजिस्टेंस आ, जे आ 10 ओम गई ते 12 हो गई, ये इन्नी वैल्यू दी रहनियां। पर R ਇਹਦੇ अंदर ਜਿਹੜਾ ਮੇਰਾ ਹੋਏਗਾ ਇਹ ਇੱਕ ਵੇਰੀਏਬਲ ਰੈਜ਼ਿਸਟਰ ਹੈ, ਜਿਹਦਾ ਪੱਕੇ ਦਾ ਰੈਗੂਲੇਟਰ ਹੁੰਦਾ। ठीक है जी, ਉਹਨਾਂ ਤੁਸੀਂ ਉਹਦੀ ਐਸਐਚ ਕਹਿੰਦਾ ਜੀ ਸਪੀਡ ਚੇਂਜ ਕਰਾਣੇ ਪਏ। ਇਨ ਦਾ ਸਿਮਿਲਰ ਵੇ ਇਸ ਰੈਜ਼ਿਸਟਰ ਬਾਕਸ ਦੀ ਤੁਸੀਂ ਰੈਜ਼ਿਸਟੈਂਸ ਨੂੰ ਜੇ ਚੇਂਜ ਕਰਨਾ, ਠੀਕ ਹੈ, ਤੇ ਉਹਦੇ ਲਈ ਅਸੀਂ ਵੇਰੀਏਬਲ ਰੈਜ਼ਿਸਟਰ ਲਾਤਾ, ਜਿਹਦੀ ਰੈਜ਼ਿਸਟੈਂਸ ਸਰਕਟ ਚ ਚੇਂਜ ਹੁੰਦੀ ਰਹੇਗੀ, ਜਿਹਨੂੰ ਅਸੀਂ ਚੇਂਜ ਕਰਾਂਗੇ। ਔਰ ਐਸ ਮੇਰੀ ਇੱਕ ਮੈਟਲ ਦੀ ਵਾਇਰ ਆ, ਇੱਕ ਮੈਟਲ ਵਾਇਰ ਦਾ ਪੀਸ ਆ, ਜਿਹਦੀ ਰੈਜ਼ਿਸਟੈਂਸ ਮੈਂ ਸਰਕਟ ਚ ਫਾਈਂਡ ਆਊਟ ਕਰਨੀ ਹੈ। यानी आ दो फिक्स्ड वैल्यू हो गई, एदी रेजिस्टेंस सर्किट च चेंज हो सकती है, एदी रेजिस्टेंस मैं सर्किट च फाइंड आउट करनी है। ते पंजवीं रेजिस्टर मेरी इस गैल्वेनोमीटर दी होएगी, यानी ये 5 रेजिस्टर का एक कॉम्बिनेशन आ जाएगा, जिन्हां विचों ऐसा क्या होएगा कि गैल्वेनोमीटर वाली रेजिस्टर एक साइड पे P ते Q दे नाल और दूसरी साइड पे कहंदा जी R ते S दे नाल अटैच हो जाएगी। ठीक है, जदों ये रेजिस्टर बाकी 4 रेजिस्टर दे नाल कॉमन बन जाएगी, जदों ये रेजिस्टर बाकी 4 दे नाल कॉमन आ जाएगी, ते इहदे अंदर असीं कंडीशन चेक करदे हां कि एक कोई R दी इदां दी वैल्यू सर्किट च आएगी जिहड़ी गैल्वेनोमीटर दी डिफ्लेक्शन नूं जीरो कर देगी। मतलब गैल्वेनोमीटर दी जिहड़ी नीडल हिलदी पई सीगी, ओह नीडल हिलना बंद हो के कहंदा जीरो डिफ्लेक्शन आ जाएगी। ਜਦੋਂ ਗੈਲਵੇਨੋਮੀਟਰ ਦੀ ਨੀਡਲ ਦੀ ਡਿਫਲੈਕਸ਼ਨ ਜ਼ੀਰੋ ਆਉਂਦੀ ਹੈ, ਅਸੀਂ ਕਹਿੰਦੇ ਤੁਹਾਡਾ ਵੀਟਸਟੋਨ ਬ੍ਰਿਜ ਬੈਲੈਂਸ ਕੰਡੀਸ਼ਨ ਚ ਆ ਗਿਆ। ਔਰ ਜਦੋਂ ਇਹ ਬੈਲੈਂਸ ਕੰਡੀਸ਼ਨ ਚ ਆਂਦਾ, ਉਦੋਂ P ਤੇ Q ਦੀ ਰੇਸ਼ੋ, ਉਦੋਂ P ਤੇ Q ਦੀ ਰੇਸ਼ੋ ਔਰ ਇਧਰੋਂ R ਤੇ S ਦੀ ਰੇਸ਼ੋ, ਇਹ ਆਪਸ ਵਿੱਚ ਇਕੁਅਲ ਆ ਜਾਂਦੀ। ਅਸੀਂ ਉਸ ਮੂਮੈਂਟ ਤੇ ਕਹਿੰਦੇ ਕਿ ਜਦੋਂ ਮੇਰੇ ਕੋਲ ਐਸੇ ਚ ਵੀਟਸਟੋਨ ਬ੍ਰਿਜ ਦੇ ਅੰਦਰ ਗੈਲਵੇਨੋਮੀਟਰ ਦੀ ਰੈਜ਼ਿਸਟੈਂਸ, ਗੈਲਵੇਨੋਮੀਟਰ ਦੀ ਡਿਫਲੈਕਸ਼ਨ ਜ਼ੀਰੋ ਆਉਂਦੀ ਆ, उस मोमेंट तो कहने कि भी जी P ते Q रेशो R ते S दी रेशो आपस में इक्वल है। ਅਸੀਂ ਕਹਿੰਦੇ ਸਾਡਾ ਵੀਟਸਟੋਨ ਬ੍ਰਿਜ ਜਿਹੜਾ ਇਹ ਬੈਲੈਂਸ ਕੰਡੀਸ਼ਨ ਚ, ਇਹ ਜਿੰਨਾ ਮੈਂ ਵਰਡ ਯੂਜ਼ ਕਰ ਰਿਹਾ ਇਹ ਸਿਰਫ ਇਹਦੀ ਜਨਰਲ ਇੰਟਰੋਡਕਸ਼ਨ ਆ ਵੀਟਸਟੋਨ ਬ੍ਰਿਜ ਦੀ। ਕਿ ਇੰਨਾ ਸਮਝ ਆ ਰਿਹਾ ਪਹਿਲੋਂ ਇਹ ਮੈਂ ਦੱਸੂਗੇ। ਸਰ ਡਿਫਲੈਕਸ਼ਨ ਕਦੋਂ ਆਂਦੀ? ਕੰਟੀਨਿਊਸਲੀ ਇਸ ਗੈਲਵੇਨੋਮੀਟਰ ਦੇ ਅੰਦਰ ਡਿਫਲੈਕਸ਼ਨ ਜਿਹੜੀ ਆ R ਦੀ ਵੈਲਿਊ ਦੇ ਨਾਲ ਆਈ ਜਾਣੀ ਆ। ਤੁਸੀਂ R ਇਥੋਂ 1 ਓਮ ਰੱਖਿਆ, ਠੀਕ ਹੈ, ਗੈਲਵੇਨੋਮੀਟਰ ਦੀ ਨੀਡਲ ਜਿਹੜੀ ਐਸ ਚ ਮੰਨ ਲਓ 3 ਐਂਪੀਅਰ ਸੀਗੀ, ਉਹ ਕਿਤੇ 2.5 ਐਂਪੀਅਰ ਤੇ ਰਹਿ ਗਈ, 2 ਤੇ ਰਹਿ ਗਈ। ਠੀਕ ਹੈ, R ਮੈਂ ਚੇਂਜ ਕਰ ਲਿਆ, R ਮੈਂ ਚੇਂਜ ਕਰ ਲਿਆ, ਗੈਲਵੇਨੋਮੀਟਰ ਦੀ ਡਿਫਲੈਕਸ਼ਨ ਚੇਂਜ ਹੋ ਜਾਣੀ। R ਮੈਂ ਕੁਝ ਹੋਰ ਕਰ ਲਿਆ, ਇੱਕ ਸਟੇਜ ਇਦਾਂ ਦੀ ਆਏਗੀ ਕਿ R ਦੀ ਇੱਕ ਇਦਾਂ ਦੀ ਵੈਲਿਊ ਨਿਕਲ ਕੇ ਆਣੀ ਆ, ਐਡਜਸਟ ਹੋ ਜਾਏਗੀ ਸਰਕਟ ਦੇ ਅੰਦਰ, ਕਿ ਜਿਹਨੇ ਗੈਲਵੇਨੋਮੀਟਰ ਦੀ ਡਿਫਲੈਕਸ਼ਨ ਨੂੰ, ਯਾਨੀ ਗੈਲਵੇਨੋਮੀਟਰ ਦਾ ਜਿਹੜਾ ਪੁਆਇੰਟਰ ਹੋਏਗਾ ਨਾ, ਉਹ ਐਗਜ਼ੈਕਟਲੀ 0 ਤੇ ਰਹਿ ਜਾਏਗਾ। ਜਦੋਂ ਉਹ ਸਿਚੁਏਸ਼ਨ, ਉਹ ਕੰਡੀਸ਼ਨ ਆਏਗੀ, ਅਸੀਂ R ਦੀ ਉਹ ਵੈਲਿਊ ਨੋਟ ਕਰਨੀ ਹੈ ਕਿ ਵੀ ਕਿੰਨੇ ਆਈ ਆ। R ਦੀ ਉਸ ਵੈਲਿਊ ਨੂੰ ਇੱਥੋਂ ਨੋਟ ਕਰ ਲਿਆ। P ਤੇ Q ਦੋ ਮੇਰੀਆਂ ਪਹਿਲਾਂ ਤੋਂ ਨੋਨ ਵੈਲਿਊਜ਼ ਆ, ਤੇ ਫਿਰ ਮੈਂ S ਰੈਜ਼ਿਸਟਰ ਜਿਹੜੀ ਕਿ ਇੱਕ ਮੈਟਲ ਵਾਇਰ ਅਨਨੋਨ ਰੈਜ਼ਿਸਟਰ ਦੀ ਆ, ਮੈਂ ਇਹਦੀ ਰੈਜ਼ਿਸਟੈਂਸ ਫਿਰ ਫਾਈਂਡ ਆਊਟ ਕਰ ਸਕਦਾ। क्या इन्ना समझ आया बच्चे? हाँ जी सर। ਹੁਣ ਦੂਜੀ ਚੀਜ਼ ਅਗਲੀ ਤੋਂ ਸਮਝਿਓ, ਠੀਕ ਹੈ ਜੀ। ਟੌਪਿਕ ਆਪਾਂ ਕੰਪਲੀਟ ਨਹੀਂ ਕਰਨਾ, ਸਿਰਫ ਇਹਦੀ ਇੰਟਰੋ ਦੇ ਕੇ ਤੁਹਾਨੂੰ ਤੋੜ ਲੈਣਾ, ਠੀਕ ਹੈ ਜੀ। ਔਰ ਇੱਕੋ ਸਿੰਗਲ ਆਈਡੀ ਤੇ ਆਪਾਂ ਪੜਨਾ, ਮੇਨ ਜਿਹੜਾ ਕਰਾਣਾ ਸੀ ਮੈਂ ਤੁਹਾਨੂੰ ਕਰਾ ਲਿਆ। ਕੱਲ ਸਵੇਰੇ ਰੈਗੂਲਰ ਕਲਾਸ ਹੀ ਆਪਣੀ, ਠੀਕ ਹੈ, ਐਕਸਟਰਾ ਸ਼ਾਮ ਨੂੰ ਹੋਊਗੀ ਤਾਂ ਮੈਂ ਦੱਸਾਂਗਾ, ਅਦਰਵਾਈਜ਼ ਹਜੇ ਨਹੀਂ ਹੈਗੀ ਕੱਲ। ਹੁਣ ਇਹਨੂੰ ਤੁਸੀਂ ਪੂਰੇ ਸਰਕਟ ਨੂੰ ਕੀ ਕਰੋਗੇ, ਇੱਕ ਬੈਟਰੀ ਨਾਲ ਅਟੈਚ ਕਰ ਲਓ, ਇਹਨੂੰ ਇੱਕ ਬੈਟਰੀ ਦੇ ਨਾਲ ਅਟੈਚ ਕਰ ਲਓ, और बैटरी तो तुसी एसएच आई एम्पीयर दा करंट सर्किट च सेंड कर दे भाई। जब एक मैं करंट सेंड करांगा आई एम्पीयर दा, इस पॉइंट पे आके करंट दो पार्ट च डिवाइड हो जाना, ते जदों करंट दो पार्ट च डिवाइड होया, ਅਸੀਂ ਮੰਨਿਆ ਜੀ ਇਸ ਆਰਮ ਚ करंट I1 ਚਲਾ ਗਿਆ, ਇੱਥੇ ਕਿਰਚੌਫ ਦਾ ਫਰਸਟ ਲਾਅ ਲੱਗਦਾ ਪਿਆ, ਜੰਕਸ਼ਨ ਲਾਅ। I ਦੇ ਵਿੱਚੋਂ I1 ਇੱਧਰ ਚਲਾ ਗਿਆ, ਬਾਕੀ ਬਚਿਆ ਹੋਇਆ I - I1 ਤੋਂ ਮੇਰੇ ਕੋਲ ਇਸ ਆਰਮ AD ਚ ਚਲਾ ਗਿਆ। ਹੁਣ ਇਧਰੋਂ ਜਿਹੜਾ I1 ਇਸ P ਰੈਜ਼ਿਸਟਰ ਚੋਂ ਨਿਕਲ ਕੇ ਜਾਣਾ, ਜਦੋਂ ਉਹਨੇ ਕਰੰਟ ਨੇ B ਪੁਆਇੰਟ ਤੇ ਪਹੁੰਚਣਾ I1 ਨੇ, ਤੇ I1 ਨੂੰ ਫਿਰ ਅੱਗੇ ਕਰਨ ਲਈ ਦੋ ਰਸਤੇ ਮਿਲੇ। ਉਹਦੇ ਵਿੱਚੋਂ ਅਸੀਂ ਮੰਨਿਆ ਗੈਲਵੇਨੋਮੀਟਰ ਵਾਲੀ ਸਾਈਡ ਤੇ IG ਕਰੰਟ ਚਲਾ ਗਿਆ, I1 ਕਰੰਟ ਦੇ ਵਿੱਚੋਂ ਅੱਗੇ ਫਿਰ ਡਿਵਾਈਡ ਹੋ ਗਿਆ, ਠੀਕ ਹੈ ਜੀ, ਕਿਉਂਕਿ ਇਸ ਪੁਆਇੰਟ ਤੇ ਕਰੰਟ ਡਿਵਾਈਡ ਹੋ ਜਾਣਾ। ਉਹਦੇ ਵਿੱਚੋਂ IG ਕਰੰਟ ਗੈਲਵੇਨੋਮੀਟਰ ਵਾਲੀ ਆਰਮ 'ਚ ਚਲਾ ਗਿਆ, ਤੇ I1 ਚੋਂ IG ਜਾਣ ਤੋਂ ਬਾਅਦ ਜਿਹੜਾ ਬਾਕੀ I1 - IG ਬਚਿਆ,
ਜਿਹੜਾ I1 ਮਾਈਨਸ IG ਬਚਿਆ ਇਹ ਮੇਰੀ ਆਮ ਕਹਿੰਦਾ ਜੀ BC ਚ ਚਲੇ ਜਾਣਾ। ਹੁਣ ਇਧਰੋਂ ਥੱਲੇ ਨੂੰ ਕਰੰਟ ਜਿਹੜਾ ਜਾਂਦਾ ਪਿਆ ਗਲਵੈਨੋਮੀਟਰ ਚੋਂ ਹੋ ਕੇ ਇਹ IG ਥੱਲੇ ਨੂੰ ਆਂਦਾ ਪਿਆ, ਇਧਰੋਂ IG ਆਂਦਾ ਪਿਆ, ਇਧਰੋਂ ਜਿਹੜਾ ਥੱਲੇ ਨੂੰ ਕਰੰਟ ਆਂਦਾ ਪਿਆ ਇਹ ਮੇਰਾ I ਮਾਈਨਸ I1 ਆ ਗਿਆ ਤੇ ਆ ਜੰਕਸ਼ਨ ਦੇ ਉੱਤੇ ਦੋ ਕਰੰਟ ਪਹੁੰਚੇ। ਇਸ ਜੰਕਸ਼ਨ ਤੇ ਇਧਰੋਂ ਕਰੰਟ I ਮਾਈਨਸ I1 ਆਇਆ, ਇਧਰੋਂ IG ਆਇਆ ਤੇ ਇੱਥੇ ਮਿਕਸ ਹੋ ਕੇ ਜਿੰਨਾ ਟੋਟਲ ਬਣਿਆ ਉਹ ਸਾਰਾ ਕਰੰਟ ਕਹਿੰਦਾ ਜੀ ਇਸ ਆਮ DC ਚ ਚਲੇ ਜਾਣਾ। यानी डीसी वाली आर्म च मेरा करंट I माइनस I1 प्लस IG चले जाना। ठीक है, हुण इथों आपां जदों करंट A ते एंटर कराया सी बैटरी वालों वो I एंपीयर सीगा। हुण बैटरी दे वापस C पॉइंट तो जदों करंट बाहर कढना वा वो वापस I पूरा होना चाहिए, ना ज्यादा ते ना थोड़ा, क्योंकि जे इथों I करंट सर्किट च भेजिया वा तेनू वापस असीं सर्किट तो बाहर I करंट ही कढना ते अपना बंदा पिया। किदा जे इधरों देखना तो ऊपरों करंट जरा थल्ले उतर के आया वो I1 माइनस IG आ और इधरों जरा करंट आया ठीक है जी वो I माइनस I1 प्लस IG आ ते जदों इस पॉइंट पे ये दोनों करंट इकट्ठे हुए, जदों इस पॉइंट पे ये दोनों करंट इकट्ठे हुए इधरों I1 प्लस दा आया इधरों I1 माइनस दा कटिया जाना, इधरों IG माइनस चा इधर IG प्लस चा कटिया जाना। अल्टीमेट जो मेरा टोटल करंट SHC पॉइंट पे पहुंचे वो मेरा I एंपीयर आ गया, इसलिए I एंपीयर सर्किट तो करंट बाहर हो जाएगा। क्या करंट की डिस्ट्रीब्यूशन समझ आई? यस सर। यस। इना इना क्लियर है जी? हाँ जी सर। हाँ जी सर।